ਪਿਆਰੇ ਬੱਚਿਓ, ਅਸੀਂ ਅੱਜ ਦੀ ਇਸ ਵੀਡੀਓ ਰਾਹੀਂ 25 ਜੁਲਾਈ 2020 ਦਾ ਜੋ ਕੰਮ ਆਇਆ ਹੈ ਅਸੀਂ ਉਹ ਕਰਾਂਗੇ। ਜਿਵੇਂ ਕਿ ਪਹਿਲਾਂ ਅਸੀਂ ਧਰਤੀ ਦੀਆਂ ਗਤੀਆਂ ਬਾਰੇ ਪੜ੍ਹ ਰਹੇ ਹਾਂ। ਅਸੀਂ ਕੱਲ੍ਹ ਪੜ੍ਹਿਆ ਸੀ ਕਿ ਇਸ ਤੋਂ ਪਹਿਲਾਂ ਅਸੀਂ ਪੜ੍ਹ ਚੁੱਕੇ ਹਾਂ ਕਿ ਧਰਤੀ ਦੀਆਂ ਦੋ ਗਤੀਆਂ ਹਨ, ਦੈਨਿਕ ਗਤੀ ਰੋਟੇਸ਼ਨ ਐਂਡ ਰੈਵੋਲਿਊਸ਼ਨ ਅਤੇ ਵਾਰਸ਼ਿਕ ਗਤੀ। ਧਰਤੀ ਦੀ ਦੈਨਿਕ ਗਤੀ ਕਰਕੇ ਦਿਨ ਅਤੇ ਰਾਤ ਹੁੰਦੇ ਹਨ ਅਤੇ ਧਰਤੀ ਦੀ ਦੈਨਿਕ ਗਤੀ ਕਰਕੇ ਕਿਉਂਕਿ ਧਰਤੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ, ਤਾਂ ਕਰਕੇ ਸਾਨੂੰ ਬਾਕੀ ਸਾਰੇ ਸੂਰਜ, ਚੰਨ, ਤਾਰੇ ਪੂਰਬ ਤੋਂ ਪੱਛਮ ਵੱਲ ਘੁੰਮਦੇ ਨਜ਼ਰ ਆਉਂਦੇ ਹਨ। ਧਰਤੀ ਦੀ ਦੈਨਿਕ ਗਤੀ ਕਰਕੇ ਜੋ ਹਵਾ ਹੈ ਉਹ ਸਿੱਧੀ ਨਹੀਂ ਚੱਲਦੀ। ਜੋ ਹਵਾ ਉੱਤਰੀ ਅਰਧ ਗੋਲੇ ਵੱਲ ਚੱਲਦੀ ਹੈ ਉਹ ਸੱਜੇ ਪਾਸੇ ਮੁੜ ਜਾਂਦੀ ਹੈ ਅਤੇ ਜੋ ਦੱਖਣੀ ਅਰਧ ਉਹ ਖੱਬੇ ਪਾਸੇ, ਜਿਸ ਨੂੰ ਅਸੀਂ ਫੈਰਲ ਦਾ ਜਾਂ ਕਰੋਡੀਅਸ ਫੋਰਸ ਕਹਿੰਦੇ ਹਾਂ। ਤਾਂ ਅਸੀਂ ਫਿਰ ਪੜ੍ਹਿਆ ਧਰਤੀ ਦੀ ਵਾਰਸ਼ਿਕ ਗਤੀ। ਅਸੀਂ ਕੱਲ੍ਹ ਪੜ੍ਹਿਆ ਸੀ ਕਿ ਜੋ ਧਰਤੀ ਦੀ ਵਾਰਸ਼ਿਕ ਗਤੀ ਹੈ ਧਰਤੀ ਦਾ ਜੋ ਉੱਤਰੀ ਧਰੁਵ ਹੈ ਉਹ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਸੂਰਜ ਦੇ ਵੱਲ ਝੁਕਿਆ ਹੁੰਦਾ ਹੈ। ਤਾਂ ਕਰਕੇ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਉੱਤਰੀ ਧਰੁਵ 'ਤੇ ਲਗਾਤਾਰ ਦਿਨ ਹੁੰਦਾ ਹੈ 6 ਮਹੀਨਿਆਂ ਦਾ, ਅਤੇ ਇਸ ਦੇ ਉਲਟ ਜੇਕਰ ਅਸੀਂ ਇੱਕ ਧਰੁਵ ਬਾਰੇ ਸਮਝ ਲਈਏ ਤਾਂ ਦੂਸਰਾ ਧਰੁਵ ਆਪਣੇ ਆਪ ਸਮਝ ਆਵੇਗਾ। ਜੇਕਰ ਅਸੀਂ 21 ਮਾਰਚ ਤੋਂ 23 ਸਤੰਬਰ ਤੱਕ ਦੀ ਹਾਲਾਤ ਦੇਖੀਏ ਤਾਂ 21 ਮਾਰਚ ਤੋਂ 23 ਸਤੰਬਰ ਤੱਕ ਉੱਤਰੀ ਧਰੁਵ ਸੂਰਜ ਦੇ ਵੱਲ ਝੁਕਿਆ ਹੈ, ਤਾਂ ਉਲਟ ਤਾਂ ਜੋ ਦੱਖਣੀ ਧਰੁਵ ਹੈ ਉਹ ਸੂਰਜ ਤੋਂ ਪਰੇ ਹੈ। ਤਾਂ ਭਾਵ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਉੱਤਰੀ ਧਰੁਵ 'ਤੇ ਲਗਾਤਾਰ 6 ਮਹੀਨੇ ਦਿਨ ਹੋਵੇਗਾ, ਤਾਂ ਦੱਖਣੀ ਧਰੁਵ 'ਤੇ ਉਸ ਤੋਂ ਉਲਟ ਹੋਵੇਗਾ, ਉਸ 'ਤੇ ਰਾਤ ਹੋਵੇਗੀ। ਭਾਵ ਕਹਿਣ ਦਾ ਮਤਲਬ ਇਹ ਹੈ ਜੋ ਉੱਤਰੀ ਧਰੁਵ ਵਿੱਚ ਹੈ ਉਹ ਦੱਖਣੀ ਧਰੁਵ 'ਚ ਉਲਟ ਹੈ। ਜੇ ਉੱਤਰੀ ਧਰੁਵ 'ਚ ਠੰਡ ਹੈ ਤਾਂ ਦੱਖਣੀ ਧਰੁਵ 'ਚ ਗਰਮੀ ਹੈ। ਜੇ ਉੱਤਰੀ ਧਰੁਵ 'ਚ ਪਤਝੜ ਹੈ ਤਾਂ ਦੱਖਣੀ ਧਰੁਵ 'ਚ ਬਸੰਤ ਹੋਵੇਗੀ। ਕਿਉਂਕਿ ਧਰਤੀ ਗੋਲ ਹੈ, ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਧਰਤੀ ਦਾ ਅੱਧਾ ਹਿੱਸਾ ਹੀ ਸੂਰਜ ਦੇ ਸਾਹਮਣੇ ਰਹਿੰਦਾ ਹੈ ਅਤੇ ਅੱਧਾ ਹਿੱਸਾ ਸੂਰਜ ਤੋਂ ਪਰਾਂ ਰਹਿੰਦਾ ਹੈ। ਤਾਂ ਗੱਲ ਕਲੀਅਰ ਹੈ। ਜੇਕਰ ਅਸੀਂ ਇੱਕ ਗਲੋਬ ਦੇ ਉੱਤੇ, ਅਸੀਂ ਕਿਸੇ ਗੋਲ ਚੀਜ਼ ਦੇ ਉੱਤੇ ਬੈਟਰੀ ਦਾ ਚਾਨਣ ਪਾਈਏ ਤਾਂ ਅਸੀਂ ਉੱਥੋਂ ਵੀ ਸਮਝ ਸਕਦੇ ਹਾਂ ਕਿ ਉਸ ਗੋਲ ਚੀਜ਼ ਦਾ ਜਿਹੜਾ ਪਾਸਾ ਸੂਰਜ ਦੇ ਸਾਹਮਣੇ ਹੈ ਉਸ ਅੱਧੇ ਪਾਸੇ ਨੂੰ ਤਾਂ ਚਾਨਣ ਪਵੇਗਾ, ਅਤੇ ਜਿਹੜਾ ਅੱਧਾ ਪਾਸਾ ਸੂਰਜ ਤੋਂ ਪਰਾਂ ਹੈ ਉੱਥੇ ਹਨੇਰਾ ਹੋਵੇਗਾ। ਬਿਲਕੁਲ ਧਰਤੀ ਵੀ ਇਸੇ ਤਰ੍ਹਾਂ। ਤਾਂ ਅਸੀਂ ਸਮਝ ਸਕਦੇ ਹਾਂ ਕਿ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਸਾਡਾ ਉੱਤਰੀ ਧਰੁਵ ਸੂਰਜ ਦੇ ਵੱਲ ਝੁਕਿਆ ਹੁੰਦਾ ਹੈ, ਤਾਂ ਕਰਕੇ ਉੱਥੇ ਲਗਾਤਾਰ 6 ਮਹੀਨੇ ਦਿਨ ਹੁੰਦਾ ਹੈ, ਅਤੇ ਦੱਖਣੀ ਧਰੁਵ ਸੂਰਜ ਤੋਂ ਪਰਾਂ ਹੁੰਦਾ ਹੈ ਅਤੇ ਉੱਥੇ ਲਗਾਤਾਰ 6 ਮਹੀਨੇ ਦੀ ਰਾਤ ਹੁੰਦੀ ਹੈ। ਫਿਰ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਕੰਮ ਉਲਟ ਹੋ ਜਾਂਦਾ। 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਕੰਮ ਉਲਟ ਹੋ ਜਾਂਦਾ। ਉੱਤਰੀ ਧਰੁਵ ਸੂਰਜ ਤੋਂ ਪਰਾਂ ਚੱਲ ਜਾਂਦਾ ਅਤੇ ਦੱਖਣੀ ਧਰੁਵ ਸੂਰਜ ਦੇ ਵੱਲ ਆ ਜਾਂਦਾ। ਉੱਤਰੀ ਧਰੁਵ ਸੂਰਜ ਤੋਂ ਪਰਾਂ ਗਿਆ ਅਤੇ ਦੱਖਣੀ ਧਰੁਵ ਸੂਰਜ ਦੇ ਵੱਲ ਆ ਗਿਆ। ਤਾਂ 23 ਸਤੰਬਰ ਤੋਂ ਲੈ ਕੇ 21 ਮਾਰਚ ਤੱਕ ਦੱਖਣੀ ਧਰੁਵ 'ਤੇ ਲਗਾਤਾਰ 6 ਮਹੀਨੇ ਦਿਨ ਹੋਵੇਗਾ ਅਤੇ ਉੱਤਰੀ ਧਰੁਵ 'ਤੇ ਰਾਤ ਹੋਵੇਗੀ, ਕਿਉਂਕਿ ਉੱਤਰੀ ਧਰੁਵ ਸੂਰਜ ਤੋਂ ਪਰਾਂ ਗਿਆ। ਤਾਂ ਕਰਕੇ ਇਸੇ ਤਰ੍ਹਾਂ ਜਿਹੜੇ 4 ਦਿਨ ਨੇ ਸਾਲ ਦੇ ਪੂਰੇ ਅਹਿਮ, 21 ਮਾਰਚ ਦੀ ਸਥਿਤੀ ਅਤੇ 23 ਸਤੰਬਰ ਦੀ ਸਥਿਤੀ। 21 ਮਾਰਚ ਦੀ ਸਥਿਤੀ ਅਤੇ 23 ਸਤੰਬਰ ਦੀ ਸਥਿਤੀ। ਜੇਕਰ ਇਸ ਚਿੱਤਰ ਵਿੱਚ ਦੇਖੀਏ ਤਾਂ 21 ਮਾਰਚ ਅਤੇ 23 ਸਤੰਬਰ 21 ਮਾਰਚ ਅਤੇ 23 ਸਤੰਬਰ ਨੂੰ ਜੋ ਉੱਤਰੀ ਧਰੁਵ ਅਤੇ ਦੱਖਣੀ ਧਰੁਵ ਉਹ ਸੂਰਜ ਦੇ ਵੱਲ ਬਰਾਬਰ ਝੁਕੇ ਹੁੰਦੇ ਹਨ। ਤਾਂ ਕਰਕੇ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ। ਭਾਵ 12 ਘੰਟਿਆਂ ਦਾ ਦਿਨ ਅਤੇ 12 ਘੰਟਿਆਂ ਦੀ ਰਾਤ। ਅਤੇ ਸਾਰਾ ਸਾਲ ਦਿਨ ਅਤੇ ਰਾਤ ਕਿੱਥੇ ਬਰਾਬਰ ਰਹਿੰਦੇ ਨੇ? ਭੂ-ਮੱਧ ਰੇਖਾ 'ਤੇ, ਕਿਉਂਕਿ ਭੂ-ਮੱਧ ਰੇਖਾ 'ਤੇ ਸੂਰਜ ਸਾਰਾ ਸਾਲ ਬਰਾਬਰ ਚਮਕਦਾ ਹੈ ਅਤੇ ਉੱਥੇ 12 ਘੰਟਿਆਂ ਦਾ ਦਿਨ ਅਤੇ 12 ਘੰਟਿਆਂ ਦੀ ਰਾਤ ਰਹਿੰਦੀ ਹੈ। ਅਤੇ 6 ਮਹੀਨੇ ਦਾ ਦਿਨ ਕਿੱਥੇ ਰਹਿੰਦਾ ਹੈ? ਇੱਕ ਵਾਰ 6 ਮਹੀਨੇ ਦਾ ਦਿਨ 21 ਮਾਰਚ ਤੋਂ 23 ਸਤੰਬਰ ਤੱਕ ਉੱਤਰੀ ਧਰੁਵ 'ਤੇ ਰਹਿੰਦਾ ਹੈ 6 ਮਹੀਨੇ ਦਾ ਦਿਨ, ਅਤੇ 23 ਸਤੰਬਰ ਤੋਂ 21 ਮਾਰਚ ਤੱਕ ਦੱਖਣੀ ਧਰੁਵ 'ਤੇ 6 ਮਹੀਨਿਆਂ ਦਾ ਦਿਨ ਰਹਿੰਦਾ ਹੈ, ਅਤੇ ਬਾਕੀ ਧਰੁਵ ਇੱਕ ਦੂਜੇ ਦੇ ਉਲਟ ਹੋ ਜਾਂਦੇ ਨੇ। ਅਤੇ ਇਸ ਤੋਂ ਬਾਅਦ 21 ਮਾਰਚ ਅਤੇ 23 ਸਤੰਬਰ ਦੀ ਜੋ ਹਾਲਾਤ ਹੈ, ਸਥਿਤੀ ਹੈ, ਸੂਰਜ ਦਾ ਜੋ ਸੂਰਜ ਦੇ ਜੋ ਕਿਰਨਾਂ ਹਨ ਉਹ ਦੋਵੇਂ ਧਰੁਵਾਂ 'ਤੇ ਬਰਾਬਰ, ਭਾਵ ਦੋਵੇਂ ਧਰੁਵ ਸੂਰਜ ਦੇ ਵੱਲ ਬਰਾਬਰ ਝੁਕੇ ਹੁੰਦੇ ਹਨ। ਤਾਂ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਹਨ। ਹੁਣ ਜੇਕਰ ਅਸੀਂ ਕਦੇ ਉੱਤਰੀ ਧਰੁਵ ਦੀ ਗੱਲ ਕਰ ਲਈਏ ਤਾਂ ਦੱਖਣੀ ਧਰੁਵ ਇਸ ਤੋਂ ਉਲਟ ਹੈ। 21 ਮਾਰਚ ਤੋਂ ਬਾਅਦ ਸਾਡਾ ਭਾਰਤ ਉੱਤਰੀ ਧਰੁਵ 'ਚ ਹੈ। ਅਸੀਂ ਸਾਡੇ ਭਾਰਤ ਨਾਲ ਜੋੜ ਕੇ ਯਾਦ ਕਰਾਂਗੇ, ਰੱਟਾ ਨਹੀਂ ਮਾਰਨਾ, ਸਮਝਣਾ ਹੈ।
21 ਮਾਰਚ ਤੋਂ ਬਾਅਦ ਸਾਡੇ ਭਾਰਤ ਵਿੱਚ ਲਗਾਤਾਰ ਦਿਨ ਵੱਡੇ ਹੁੰਦੇ ਨੇ। ਵੱਡੇ ਕਿਉਂ ਹੁੰਦੇ ਨੇ? ਅਸੀਂ ਉੱਤਰੀ ਧਰੁਵ 'ਚ ਹਾਂ, ਤਾਂ ਕਰਕੇ ਜੋ ਸੂਰਜ ਹੈ ਉੱਤਰੀ ਧਰੁਵ 'ਚ ਲਗਾਤਾਰ ਚਮਕਦਾ ਹੈ ਅਤੇ ਭਾਰਤ ਵੀ ਉੱਤਰੀ ਧਰੁਵ ਵਿੱਚ ਹੈ, ਉੱਤਰੀ ਗੋਲਾ ਅਰਧ ਵਿੱਚ ਹੈ। ਭਾਵ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਜੋ ਸੂਰਜ ਹੈ ਉਹ ਉੱਤਰੀ ਗੋਲਾ ਅਰਧ ਵੱਲ ਜ਼ਿਆਦਾ, ਉੱਤਰੀ ਗੋਲਾ ਅਰਧ ਸੂਰਜ ਦੇ ਵੱਲ ਝੁਕਿਆ ਹੁੰਦਾ ਹੈ। ਸਾਡਾ ਭਾਰਤ ਉੱਤਰੀ ਗੋਲਾ ਅਰਧ ਵਿੱਚ ਹੈ। ਉੱਤਰੀ ਗੋਲਾ ਅਰਧ ਵਿੱਚ ਹੋਣ ਕਰਕੇ ਸਾਡੇ ਭਾਰਤ ਵਿੱਚ ਵੀ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਜੇਕਰ ਦੇਖੀਏ, ਅਸੀਂ ਹੁਣ ਜੁਲਾਈ ਦਾ ਮਹੀਨਾ ਹੈ, ਸਾਡੇ ਦਿਨ ਵੱਡੇ ਨੇ ਅਤੇ ਰਾਤਾਂ ਛੋਟੀਆਂ ਨੇ। ਇਹਦਾ ਕਾਰਨ ਕੀ ਹੈ? ਸੂਰਜ ਜ਼ਿਆਦਾ ਸਮਾਂ ਚਮਕਦਾ ਹੈ। ਤਾਂ 23 ਸਤੰਬਰ ਤੋਂ ਬਾਅਦ ਕੀ ਹੋ ਜਾਏਗਾ? ਹੁਣ ਸਾਡੇ ਮੀਂਹ ਪੈ ਰਹੇ ਨੇ, ਮੌਨਸੂਨ ਰੁੱਤ ਆ ਰਹੀ ਹੈ ਅਤੇ ਸਤੰਬਰ ਤੋਂ ਬਾਅਦ ਸਾਡੇ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਰਾਤਾਂ ਵੱਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 23 ਸਤੰਬਰ ਨੂੰ ਦਿਨ ਅਤੇ ਰਾਤ ਬਰਾਬਰ ਹੁੰਦੇ ਨੇ ਅਤੇ 23 ਸਤੰਬਰ ਨੂੰ ਜੋ ਉੱਤਰੀ ਅਰਧ ਗੋਲਾ ਹੈ ਉਧਰਲੇ ਪਾਸੇ 23 ਸਤੰਬਰ ਤੋਂ ਬਾਅਦ ਦਿਨ ਛੋਟੇ ਅਤੇ ਰਾਤਾਂ ਵੱਡੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਤਾਂ ਫਿਰ ਜੇਕਰ ਅਸੀਂ ਗੱਲ ਕਰੀਏ 21 ਜੂਨ ਦੀ ਸਥਿਤੀ, 21 ਜੂਨ ਦੀ ਸਥਿਤੀ ਨੂੰ ਕੀ ਹੁੰਦਾ ਹੈ? 21 ਜੂਨ ਦੀ ਸਥਿਤੀ ਨੂੰ ਜਿਹੜਾ ਉੱਤਰੀ ਧਰੁਵ ਹੈ ਉਹ ਸੂਰਜ ਦੇ ਵੱਲ ਪੂਰਾ ਝੁਕਿਆ ਹੁੰਦਾ ਹੈ, ਜਿਸ ਕਰਕੇ 21 ਜੂਨ ਨੂੰ ਸੂਰਜ ਉੱਤਰੀ ਅਰਧ ਗੋਲੇ ਵਾਲੇ ਪਾਸੇ ਜ਼ਿਆਦਾ ਚਮਕਦਾ ਹੈ। ਤਾਂ 21 ਜੂਨ ਨੂੰ ਉੱਤਰੀ ਗੋਲਾ ਅਰਧ ਵਿੱਚ ਸਭ ਤੋਂ ਵੱਡਾ ਦਿਨ ਹੁੰਦਾ ਹੈ ਅਤੇ 21 ਜੂਨ ਤੋਂ ਬਾਅਦ ਦਿਨ ਘਟਣੇ ਸ਼ੁਰੂ ਹੋ ਜਾਂਦੇ ਨੇ। ਅਤੇ 22 ਦਸੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ, ਉੱਤਰੀ ਅਰਧ ਗੋਲਾ ਸੂਰਜ ਤੋਂ ਪਰਾਂ ਹੁੰਦਾ ਹੈ ਅਤੇ 22 ਦਸੰਬਰ ਨੂੰ ਉੱਤਰੀ ਅਰਧ ਗੋਲੇ ਵਿੱਚ ਸਭ ਤੋਂ ਛੋਟਾ ਦਿਨ ਹੁੰਦਾ ਹੈ। ਸਾਡੇ ਭਾਰਤ ਦੀ ਹਾਲਾਤ ਦੇਖੀਏ ਤਾਂ ਇਸ ਤਰ੍ਹਾਂ ਹੀ ਅਸੀਂ ਉੱਤਰੀ ਅਰਧ ਗੋਲੇ ਵਿੱਚ ਹਾਂ। ਤਾਂ 22 ਦਸੰਬਰ ਤੋਂ ਬਾਅਦ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਂਦੇ ਨੇ ਅਤੇ ਦੱਖਣੀ ਧਰੁਵ ਦੇ ਵਿੱਚ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਤਰ੍ਹਾਂ ਇਹ 4 ਸਥਿਤੀਆਂ ਨੇ। 21 ਮਾਰਚ ਦੀ ਸਥਿਤੀ ਜਿਸ ਨੂੰ ਉਸ਼ਣ ਆਇਨਾਤ ਕਿਹਾ ਜਾਂਦਾ, ਅਤੇ 21 ਜੂਨ ਦੀ ਸਥਿਤੀ ਜਿਸ ਨੂੰ ਉਸ਼ਣ ਆਇਨਾਤ ਕਿਹਾ ਜਾਂਦਾ, 22 ਦਸੰਬਰ ਦੀ ਸਥਿਤੀ ਜਿਸ ਨੂੰ ਸ਼ੀਤ ਆਇਨਾਤ ਕਿਹਾ ਜਾਂਦਾ, ਭਾਵ ਸਭ ਤੋਂ ਛੋਟਾ ਦਿਨ, ਅਤੇ 21 ਮਾਰਚ ਨੂੰ ਕਿਹਾ ਜਾਂਦਾ ਗਾ ਬਸੰਤ ਵਿਸੂਬੀ ਵੀ ਕਹਿ ਦਿੰਦੇ ਨੇ, ਅਤੇ 23 ਸਤੰਬਰ ਨੂੰ ਕਿਹਾ ਜਾਂਦਾ ਪਤਝੜ ਵਿਸੂਬੀ, ਭਾਵ ਇੱਥੇ ਉੱਤਰੀ ਅਰਧ ਗੋਲੇ ਵਿੱਚ ਪਤਝੜ ਹੁੰਦੀ ਹੈ। ਇਹ ਸਾਰਾ ਕੁਝ ਸਾਡੀ ਜ਼ਿੰਦਗੀ ਵਿੱਚ ਵਿਚਰ ਰਿਹਾ ਹੈ, ਅਸੀਂ ਸਮਝ ਸਕਦੇ ਹਾਂ, ਕੋਈ ਰੱਟਾ ਲਾਉਣ ਦੀ ਲੋੜ ਨਹੀਂ। ਕਿਉਂਕਿ ਆਮ ਤੌਰ 'ਤੇ ਮਾਰਚ ਦੇ ਮਹੀਨੇ ਤੋਂ ਬਾਅਦ ਬੱਚੇ ਕੋਠਿਆਂ 'ਤੇ ਚੜ੍ਹ ਕੇ ਬੜੇ ਪਤੰਗ ਚੜਾਉਂਦੇ ਨੇ, ਜਿਸ ਨੂੰ ਅਸੀਂ ਕਹਿ ਦਿੰਦੇ ਹਾਂ ਕਿ ਬਸੰਤ ਰੁੱਤ ਆ ਗਈ। ਕਿਹਾ ਜਾਂਦਾ ਆਈ ਬਸੰਤ ਪਾਲਾ ਉਡੰਤ, ਭਾਵ ਉਸ ਤੋਂ ਬਾਅਦ ਉੱਤਰੀ ਧਰੁਵ, ਉੱਤਰੀ ਅਰਧ ਗੋਲੇ ਵਿੱਚ ਦਿਨ ਵਧਣੇ ਸ਼ੁਰੂ ਹੋ ਜਾਂਦੇ ਨੇ, ਸਰਦੀ ਰੁੱਤ ਖਤਮ ਹੋਣ 'ਤੇ ਆ ਜਾਂਦੀ ਹੈ ਅਤੇ ਗਰਮੀ ਦੀ ਰੁੱਤ ਸ਼ੁਰੂ ਹੋ ਜਾਂਦੀ ਹੈ। ਤਾਂ ਇਸ ਦੇ ਉਲਟ ਫਿਰ ਦੱਖਣੀ ਅਰਧ ਗੋਲੇ ਵਿੱਚ ਕੀ ਹੋਊਗਾ? ਦੱਖਣੀ ਅਰਧ ਗੋਲੇ ਵਿੱਚ ਸਰਦੀ ਰੁੱਤ ਸ਼ੁਰੂ ਹੋਵੇਗੀ ਅਤੇ ਉੱਥੇ ਪਤਝੜ ਹੋਵੇਗੀ। ਇਸ ਤਰ੍ਹਾਂ ਅਸੀਂ ਇਹ ਪੜ੍ਹਿਆ 4 ਸਥਿਤੀਆਂ ਬਾਰੇ। ਅੱਜ ਅਸੀਂ ਪੜ੍ਹਾਂਗੇ 21 ਜੂਨ ਦੀ ਸਥਿਤੀ। ਉੱਤਰੀ ਧਰੁਵ ਜੂਨ ਵਿੱਚ ਉੱਤਰੀ ਅਰਧ ਗੋਲੇ ਵਿੱਚ ਗਰਮੀਆਂ ਦੀ ਰੁੱਤ ਹੁੰਦੀ ਹੈ ਅਤੇ ਦਸੰਬਰ ਵਿੱਚ ਦੱਖਣੀ ਅਰਧ ਗੋਲੇ ਵਿੱਚ। ਇੱਕ ਧਰੁਵ ਨੂੰ ਯਾਦ ਕਰ ਲਓ, ਦੂਸਰਾ ਉਸ ਦੇ ਉਲਟ ਹੈ। ਜਿੱਥੇ ਬਸੰਤ ਹੈ ਦੂਜੇ ਪਾਸੇ ਪਤਝੜ ਹੈ। ਸਾਰੇ ਸੰਸਾਰ ਵਿੱਚ 21 ਮਾਰਚ ਅਤੇ 23 ਸਤੰਬਰ ਨੂੰ ਦਿਨ ਅਤੇ ਰਾਤ ਦੀ ਲੰਬਾਈ ਬਰਾਬਰ ਹੁੰਦੀ ਹੈ। 21 ਮਾਰਚ ਅਤੇ 23 ਸਤੰਬਰ ਨੂੰ ਕੋਈ ਵੀ ਧਰੁਵ ਸੂਰਜ ਵੱਲ ਨਹੀਂ ਹੁੰਦਾ ਅਤੇ ਸੂਰਜ ਦੀ ਕਿਰਨਾਂ ਭੂ-ਮੱਧ ਰੇਖਾ ਉੱਤੇ ਸਿੱਧੀਆਂ ਪੈ ਰਹੀਆਂ ਹੁੰਦੀਆਂ ਹਨ। ਇਸ ਅਵਸਥਾ ਨੂੰ ਵਿਸੂਬੀ ਜਾਂ ਸੋਲਸਟਿਸ ਕਿਹਾ ਜਾਂਦਾ ਹੈ। ਰੁੱਤ ਤਬਦੀਲੀ ਦੀ ਵਿਸ਼ੇਸ਼ ਵਾਰਸ਼ਿਕ ਗਤੀ ਕਰਕੇ ਹੁੰਦੀ ਹੈ। ਜਿਸ ਤਰ੍ਹਾਂ ਦਿਨ ਅਤੇ ਰਾਤ ਧਰਤੀ ਦੀ ਦੈਨਿਕ ਗਤੀ ਕਰਕੇ ਹਨ, ਅਤੇ ਜੋ ਰੁੱਤ ਤਬਦੀਲੀ ਹੈ ਉਹ ਵਾਰਸ਼ਿਕ ਗਤੀ ਕਰਕੇ ਹੈ। ਸੂਰਜ ਦੁਆਲੇ ਘੁੰਮਦਿਆਂ ਧਰਤੀ ਨੂੰ 4 ਹਾਲਤਾਂ ਵਿੱਚੋਂ ਨਿਕਲਣਾ ਪੈਂਦਾ ਹੈ। ਉਹ ਤੁਹਾਨੂੰ ਮੈਂ ਦੱਸਤਾ ਸਾਰਾ ਕੁਛ। 21 ਜੂਨ, 21 ਮਾਰਚ, 23 ਸਤੰਬਰ ਅਤੇ 22 ਦਸੰਬਰ ਦੇ ਹਾਲਾਤ ਤੁਹਾਨੂੰ ਮੈਂ ਦੱਸਤੇ। ਤਾਂ ਅਸੀਂ 21 ਜੂਨ ਕਰ ਰਹੇ ਹਾਂ। 21 ਜੂਨ ਨੂੰ ਧਰੁਵ, ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੋਇਆ ਅਤੇ ਦੱਖਣੀ ਧਰੁਵ ਸੂਰਜ ਤੋਂ ਪਰਾਂ ਦਿਖਾਈ ਦਿੰਦਾ ਹੈ। ਇਸ ਲਈ ਉੱਤਰੀ ਧਰੁਵ 'ਤੇ ਲਗਾਤਾਰ ਦਿਨ ਅਤੇ ਦੱਖਣੀ ਧਰੁਵ 'ਤੇ ਲਗਾਤਾਰ ਰਾਤ ਹੋਵੇਗੀ। ਸੂਰਜ ਦੀਆਂ ਕਿਰਨਾਂ ਕਰਕ ਰੇਖਾ ਅਤੇ ਉਸ਼ਨਖੰਡੀ ਖੇਤਰ ਵਿੱਚ ਸਿੱਧੀਆਂ ਪੈਂਦੀਆਂ ਹਨ। ਕਰਕ ਰੇਖਾ ਅਤੇ ਉਸ਼ਨਖੰਡੀ 0 ਡਿਗਰੀ ਭਾਵ ਭੂ-ਮੱਧ ਰੇਖਾ ਤੋਂ ਲੈ ਕੇ 23.5, ਜੋ 23.5 ਦੀ ਰੇਖਾ ਹੈ ਉਸ ਨੂੰ ਅਸੀਂ ਕਰਕ ਰੇਖਾ ਕਹਿੰਦੇ ਹਾਂ। ਉੱਤਰੀ ਅਰਧ ਗੋਲੇ ਵਿੱਚ ਸੂਰਜ ਭੂ-ਮੱਧ ਰੇਖਾ ਤੋਂ ਜੋ 0 ਡਿਗਰੀ 'ਤੇ ਹੈ, ਭੂ-ਮੱਧ ਰੇਖਾ ਤੋਂ ਉੱਪਰ ਜਾ ਕੇ ਉੱਤਰੀ ਅਰਧ ਗੋਲੇ ਵੱਲ 23.5 ਡਿਗਰੀ 'ਤੇ, ਜਿਸ ਨੂੰ ਅਸੀਂ ਕਰਕ ਰੇਖਾ ਕਹਿੰਦੇ ਹਾਂ।
ਤਾਂ ਭੂਮੱਧ ਰੇਖਾ ਤੋਂ ਲੈ ਕੇ 23.5 ਡਿਗਰੀ ਦੇ ਖੇਤਰ ਨੂੰ ਅਸੀਂ ਉਸ਼ਣਖੰਡੀ ਜਾਂ ਟ੍ਰੋਪੀਕਲ ਜ਼ੋਨ ਕਹਿੰਦੇ ਹਾਂ। ਸਭ ਤੋਂ ਗਰਮ ਟ੍ਰੋਪੀਕਲ ਜ਼ੋਨ ਉਸ ਨੂੰ ਅਸੀਂ ਕਹਿੰਦੇ ਹਾਂ। ਉੱਤਰੀ ਅਰਧ ਗੋਲੇ ਦੇ ਬਹੁਤੇ ਭਾਗ 'ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ, ਜਿਸ ਦੇ ਨਤੀਜੇ ਵਜੋਂ ਉੱਥੇ ਦਿਨ ਵੱਡੇ ਅਤੇ ਰਾਤਾਂ ਛੋਟੀਆਂ ਹੁੰਦੀਆਂ ਹਨ। ਕੁਐਸਚਨ ਆਨਸਰ ਆ ਗਏ। ਵਸੂਬੀ ਕਿਹੜੀ ਅਵਸਥਾ ਨੂੰ ਕਹਿੰਦੇ ਹਨ? 21 ਮਾਰਚ ਅਤੇ 23 ਸਤੰਬਰ ਦੀ। ਉੱਤਰੀ ਧਰੁਵ 'ਤੇ ਲਗਾਤਾਰ ਦਿਨ ਅਤੇ ਦੱਖਣੀ ਧਰੁਵ 'ਤੇ ਲਗਾਤਾਰ ਰਾਤ ਕਿਉਂ ਹੁੰਦੀ ਹੈ? ਕਿਉਂਕਿ ਅਸੀਂ ਪੜ੍ਹਿਆ ਹੈ ਕਿ ਉੱਤਰੀ ਧਰੁਵ ਹੈ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ ਸੂਰਜ ਦੇ ਬਲ ਝੁਕਿਆ ਹੁੰਦਾ ਹੈ, ਅਤੇ ਜੋ ਦੱਖਣੀ ਧਰੁਵ ਹੈ ਸੂਰਜ ਤੋਂ ਪਰਾਂ ਹੁੰਦਾ ਹੈ। ਇਸ ਤਰ੍ਹਾਂ ਉੱਥੇ ਉੱਤਰੀ ਧਰੁਵ 'ਤੇ ਲਗਾਤਾਰ ਦਿਨ ਅਤੇ ਦੱਖਣੀ ਧਰੁਵ 'ਤੇ ਲਗਾਤਾਰ ਰਾਤ ਹੁੰਦੀ ਹੈ। ਨੰਬਰ 6 'ਤੇ ਇਸ ਦਾ ਆਨਸਰ ਪਿਆ ਹੈ। ਸਾਰੇ ਸੰਸਾਰ ਵਿੱਚ ਦਿਨ ਅਤੇ ਰਾਤ ਕਦੋਂ ਬਰਾਬਰ ਹੁੰਦੇ ਹਨ? 21 ਮਾਰਚ ਅਤੇ 23 ਸਤੰਬਰ ਨੂੰ। ਰੁੱਤ ਤਬਦੀਲੀ ਧਰਤੀ ਦੀ ਵਾਰਸ਼ਿਕ ਗਤੀ ਕਰਕੇ ਹੁੰਦੀ ਹੈ। ਸੂਰਜ ਦੁਆਲੇ ਘੁੰਮਦਿਆਂ ਧਰਤੀ ਨੂੰ 4 ਹਾਲਤਾਂ ਵਿੱਚੋਂ ਗੁਜ਼ਰਨਾ ਪੈਂਦਾ ਹੈ: 21 ਜੂਨ, 22 ਦਸੰਬਰ, 23 ਸਤੰਬਰ ਅਤੇ 21 ਮਾਰਚ। ਰੁੱਤ ਤਬਦੀਲੀ ਜੂਨ ਵਿੱਚ ਉੱਤਰੀ ਅਰਧ ਗੋਲੇ ਵਿੱਚ ਗਰਮੀ ਦੀ ਰੁੱਤ ਹੁੰਦੀ ਹੈ। ਸਹੀ ਜਾਂ ਗਲਤ? ਦਸੰਬਰ ਵਿੱਚ ਦੱਖਣੀ ਅਰਧ ਗੋਲੇ ਵਿੱਚ ਸਰਦ ਰੁੱਤ ਹੁੰਦੀ ਹੈ। ਦਸੰਬਰ ਵਿੱਚ ਦੱਖਣੀ ਅਰਧ ਗੋਲੇ ਉਲਟ ਗਲਤ ਹੈ। ਦਸੰਬਰ ਵਿੱਚ ਉੱਤਰੀ ਅਰਧ ਗੋਲੇ, ਸਾਡਾ ਭਾਰਤ ਉੱਤਰੀ ਅਰਧ ਗੋਲੇ ਵਿੱਚ ਹੈ ਤਾਂ ਦਸੰਬਰ ਸਾਡੇ ਠੰਡ ਹੁੰਦੀ ਆ, ਤਾਂ ਦੱਖਣੀ ਅਰਧ ਗੋਲੇ ਵਿੱਚ ਤਾਂ ਗਰਮੀ ਹੁੰਦੀ ਹੈ। ਉੱਤਰੀ ਅਰਧ ਗੋਲੇ ਦੇ ਬਹੁਤੇ ਭਾਗ 'ਤੇ ਸੂਰਜ ਦੀਆਂ ਕਿਰਨਾਂ ਪੈਂਦੀਆਂ ਹਨ। ਸਹੀ ਹੈ। ਉੱਤਰੀ ਅਰਧ ਗੋਲੇ ਦੇ ਬਹੁਤੇ ਭਾਗ 'ਤੇ ਕਦੋਂ ਪੈਂਦੀਆਂ ਨੇ? ਗਰਮੀ ਦੀ ਰੁੱਤ ਵਿੱਚ 21 ਮਾਰਚ ਤੋਂ ਲੈ ਕੇ 23 ਸਤੰਬਰ ਤੱਕ। ਸੂਰਜ ਦੀਆਂ ਕਿਰਨਾਂ ਉਸ਼ਣਖੰਡੀ ਖੇਤਰਾਂ ਵਿੱਚ ਸਿੱਧੀਆਂ ਪੈਂਦੀਆਂ ਹਨ। ਸੂਰਜ ਦੀਆਂ ਕਿਰਨਾਂ ਉਸ਼ਣਖੰਡੀ ਖੇਤਰਾਂ 'ਤੇ ਸਿੱਧੀਆਂ ਪੈਂਦੀਆਂ ਹਨ, ਇਹ ਵੀ ਸਹੀ ਹੈ। ਹੇਠਾਂ ਇਸ ਦੇ ਕੁਐਸਚਨ ਆਨਸਰ ਅੰਗਰੇਜ਼ੀ ਅਤੇ ਪੰਜਾਬੀ ਮਾਧਿਅਮ ਵਿੱਚ ਕੀਤੇ ਹੋਏ ਹਨ ਤਾਂ ਜੋ ਸਾਰੇ ਵਿਦਿਆਰਥੀ ਆਪਣਾ ਕੰਮ ਕਰ ਸਕਣ। ਧੰਨਵਾਦ।